प्यारे विद्यार्थियों सत श्री अकाल। अज की इस वीडियो में आप गल करांगे 11वीं जमात का यह महत्वपूर्ण टॉपिक है मुगल राज व्यवस्था अते प्रशासन। सब तो पहला बादशाह केंद्री प्रबंध सब तो पहला अपने को हैगा बादशाह। मुगल हुकूमत का धुरा सी, दैवी अधिकारां विच विश्वास रखते हुए असीम शक्तियां दे मालक सन। वकील देश का प्रधान मंत्री बादशाह के हुक्मां की पालना सारे देश विच कराउंदा सी। दीवान ए आला राज का वित्त मंत्री राज की आमदन अते खर्च का हिसाब रखता सी। खान ए शामा शाही परिवार की देखभाल का मुखी। मीर बख्शी सारे फौजी अते गैर फौजी अफसरां नूं तनख्वाह वंडदा अते मनसबदारां दा रिकॉर्ड रखदा सी। काजी उल कजात न्याय प्रबंध का मुखी सी। इस्लामी कानून अनुसार न्याय करदा सी। सदर उस सदूर धार्मिक विभाग का मुखी सी। धार्मिक मामलों विच बादशाह का सलाहकार सी। सूबेदार प्रांत का मुखी सी। इसका काम प्रांत दे विच शांति बनाई रखना अते बादशाह के हुक्मां नूं प्रांतां विच लागू कराउणा सी। दीवान प्रांत के वित्त मंत्री का मुखी, वित्त विभाग का मुखी प्रांत की आमदन ते खर्च का वेरवा रखदा सी। ठीक है, प्रांतक प्रबंध दे विच हैगा। प्रांतक प्रबंध दे विच प्रांतीय प्रबंध मुगल साम्राज नूं प्रांतां विच वंडिया होया सी। अकबर के समय 15, जहांगीर के समय 17, शाहजहां के समय 22, औरंगजेब के समय 21 प्रांत सन। कोतवाल ਉਹ ਮੁੱਖ ਪੁਲਿਸ ਅਧਿਕਾਰੀ ਸੀ। ਉਸ ਦਾ ਕੰਮ ਸ਼ਹਿਰ ਵਿੱਚ ਸ਼ਾਂਤੀ ਵਿਵਸਥਾ ਦਾ ਪ੍ਰਬੰਧ ਕਰਨਾ ਸੀ। ਬਖਸ਼ੀ ਉਹ ਪ੍ਰਾਂਤੀ ਸੈਨਿਕਾਂ ਦਾ ਰਿਕਾਰਡ ਰੱਖਦਾ ਸੀ। ਘੋੜਿਆਂ ਨੂੰ ਦਾਗਣ ਅਤੇ ਬਾਦਸ਼ਾਹ ਲਈ ਜਸੂਸੀ ਦਾ ਕੰਮ ਕਰਦਾ ਸੀ। ਬਾਕਿਆ ਨਵੀਸ जसूसी विभाग का मुखी सी। बादशाह नूं गुप्त सूचनावां पहुँचाउंदा सी। सदर वो प्रांत की धार्मिक मामलों का मुखी सी। संतां अते फकीरां लई सूचियां तैयार करदा सी। स्थानक प्रबंध प्रांतां नूं सरकारां परगनियां पिंडां विच वंडिया होया सी। सरकार का प्रबंध फौजदार सरकार का मुख्य प्रबंधक सी। आमल गोजार उसका काम लगान इकट्ठा करना सी। ਵਿੱਤੀ ਕੱਚੀ खजानदार ਵਿੱਤੀ ਕੱਚੀ भूमि किस्मां ਅਤੇ ਉਪਜ ਸੰਬੰਧੀ ਵੇਰਵੇ ਰੱਖਦਾ ਸੀ। ਖਜ਼ਾਨਦਾਰ ਲਗਾਨ ਇਕੱਠਾ ਕਰਕੇ ਕੇਂਦਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਦਾ ਸੀ। ਪ੍ਰਗਨਿਆਂ ਦਾ ਪ੍ਰਬੰਧ ਸਿਕਦਾਰ ਪ੍ਰਗਨੇ ਦਾ ਮੁੱਖ ਅਫਸਰ ਸੀ। ਆਮਲ
ਉਸ ਦਾ ਕੰਮ ਲਗਾਨ ਇਕੱਠਾ ਕਰਨਾ ਸੀ। ਪੋਤਦਾਰ ਕਾਨੂੰਗੋ ਪੋਤਵਾਲ ਦਾ ਕੰਮ ਪੋਤਦਾਰ ਦਾ ਕੰਮ ਭੂਮੀ ਕਰ ਸੰਬੰਧੀ ਰਿਕਾਰਡ ਰੱਖਣਾ ਸੀ। ਕਾਨੂੰਗੋ ਖੇਤੀਯੋਗ ਜ਼ਮੀਨ ਫਸਲਾਂ ਦਾ ਰਿਕਾਰਡ ਰੱਖਦਾ ਸੀ। ਪਿੰਡ ਦਾ ਪ੍ਰਬੰਧ ਪਿੰਡ ਦਾ ਸ਼ਾਸਨ ਪ੍ਰਬੰਧ ਪੰਚਾਇਤ ਹੱਥ ਸੀ। ਪੰਚਾਇਤ ਦੇ ਸਹਿਯੋਗ ਲਈ ਚੌਧਰੀ, ਮੁਕੱਦਮ, ਪਟਵਾਰੀ ਮੁੱਖ ਕਰਮਚਾਰੀ ਸਨ। ਲਗਾਨ ਪ੍ਰਬੰਧ ਜ਼ਬਤੀ ਪ੍ਰਬੰਧ ਅਕਬਰ ਨੇ 1581 ਵਿੱਚ ਸਾਮਰਾਜ ਵਿੱਚ ਜ਼ਬਤੀ ਵਿਵਸਥਾ ਲਾਗੂ ਕੀਤੀ, ਜੋ ਦੀਵਾਨ ਏ ਆਲਾ ਰਾਜਾ ਟੋਡਰਮਲ ਦੇ ਯਤਨਾਂ ਦਾ ਸਿੱਟਾ ਸੀ। ਭੂਮੀ ਦੀ ਪੈਮਾਇਸ਼, ਭੂਮੀ ਦੀ ਵੰਡ, ਪੋਲਜ ਸਭ ਤੋਂ ਉਪਜਾਊ ਭੂਮੀ ਸੀ। ਪ੍ਰਤੀ 1 ਜਾਂ 2 ਸਾਲ ਛੱਡ ਕੇ ਫਸਲ ਬੀਜੀ ਜਾਂਦੀ ਸੀ। ਛੱਛਰ 3 ਜਾਂ 4 ਸਾਲ ਛੱਡ ਕੇ ਫਸਲ ਬੀਜੀ ਜਾਂਦੀ ਸੀ। ਬੰਜਰ ਉਹ ਭੂਮੀ ਘੱਟ ਉਪਜਾਊ ਸੀ। ਐਨ ਦਹਸਾਲਾ ਪ੍ਰਥਾ, ਇਸ ਪ੍ਰਥਾ ਅਧੀਨ ਸਰਕਾਰ ਪਿਛਲੇ 10 ਸਾਲਾਂ ਦੀਆਂ ਕੀਮਤਾਂ ਦੀ ਔਸਤ ਕੱਢ ਕੇ ਭੂਮੀ ਲਗਾਨ ਨਿਸ਼ਚਿਤ ਕਰਦੀ ਸੀ। ਸਰਕਾਰ ਦਾ ਹਿੱਸਾ ਨਿਸ਼ਚਿਤ ਕਰਨਾ, ਭੂਮੀ ਦੀ ਉਪਜਾਊ ਸ਼ਕਤੀ ਪਿਛਲੇ 10 ਸਾਲਾਂ ਦੀ ਔਸਤ ਉਪਜ ਦੇ ਆਧਾਰ 'ਤੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ। ਪੋਲਜ ਅਤੇ ਪ੍ਰਤੀ 1/3 ਛੱਛਰ ਅਤੇ ਬੰਜਰ ਤੋਂ ਘੱਟ ਲਗਾਨ ਲਿਆ ਜਾਂਦਾ ਸੀ। ਭੂਮੀ ਲਗਾਨ ਪ੍ਰਬੰਧ ਹੋਰ ਭੂਮੀ ਕਰ ਪ੍ਰਣਾਲੀਆਂ, ਕਣਕੂਤ ਪ੍ਰਣਾਲੀ, ਖੜੀ ਫਸਲ ਦਾ ਅਨੁਮਾਨ ਲਗਾ ਕੇ ਭੂਮੀ ਕਰ ਨਿਸ਼ਚਿਤ ਕਰਨਾ, ਵਟਾਈ, ਫਸਲ ਦੀ ਕਟਾਈ ਤੋਂ ਬਾਅਦ ਫਸਲ ਦੇ 3 ਹਿੱਸੇ ਕਰ ਲਏ ਜਾਂਦੇ ਸਨ। ਇੱਕ ਹਿੱਸਾ ਸਰਕਾਰ ਭੂਮੀ ਕਰ ਦੇ ਰੂਪ ਵਿੱਚ ਲੈ ਲੈਂਦੀ ਸੀ, 2 ਹਿੱਸੇ ਕਿਸਾਨ ਦੇ ਹੁੰਦੇ ਸਨ। ਨਾਕਸ਼ ਪ੍ਰਣਾਲੀ, ਇਸ ਅਨੁਸਾਰ ਸਾਰੇ ਪਿੰਡ ਦੀ ਫਸਲ ਦਾ ਅਨੁਮਾਨ ਲਗਾ ਕੇ ਇਕੱਠਾ ਹੀ ਭੂਮੀ ਕਰ ਨਿਸ਼ਚਿਤ ਕੀਤਾ ਜਾਂਦਾ ਸੀ। ਭੂਮੀ ਕਰ ਇਕੱਠਾ ਕਰਨਾ, ਭੂਮੀ ਕਰ ਸਾਲ ਵਿੱਚ 2 ਵਾਰੀ ਹਾੜੀ ਸਾਉਣੀ ਦੀ ਫਸਲ ਕੱਟਣ ਸਮੇਂ ਹੀ ਇਕੱਠਾ ਕੀਤਾ ਜਾਂਦਾ ਸੀ। ਮਨਸਬਦਾਰੀ ਪ੍ਰਣਾਲੀ, ਮਨਸਬਦਾਰੀ ਪ੍ਰਬੰਧ ਅਨੁਸਾਰ ਕਰਮਚਾਰੀਆਂ ਦਾ ਅਹੁਦਾ, ਆਮਦਨ, ਮੁਗਲ ਦਰਬਾਰ ਵਿੱਚ ਥਾਂ ਨਿਸ਼ਚਿਤ ਹੁੰਦੀ ਸੀ। ਮਨਸਬਦਾਰਾਂ ਦੀ ਨਿਯੁਕਤੀ, ਮੁਗਲ ਬਾਦਸ਼ਾਹ ਮਨਸਬਦਾਰਾਂ ਨੂੰ ਨਿਯੁਕਤੀ ਮੀਰ ਬਖਸ਼ੀ, ਰਾਜਕੁਮਾਰਾਂ, ਪ੍ਰਾਂਤਾਂ ਦੇ ਸੂਬੇਦਾਰਾਂ ਦੀ ਸਿਫਾਰਸ਼ 'ਤੇ ਕਰਦਾ ਸੀ। ਮਨਸਬਦਾਰਾਂ ਦੀਆਂ ਸ਼੍ਰੇਣੀਆਂ, ਮਨਸਬਦਾਰਾਂ ਦੀਆਂ ਲਗਭਗ 33 ਸ਼੍ਰੇਣੀਆਂ ਸਨ। ਜਾਤ ਅਤੇ ਸਵਾਰ, ਜਾਤ ਅਨੁਸਾਰ ਮਨਸਬਦਾਰਾਂ ਦੀ ਨਿੱਜੀ ਤਨਖਾਹ ਨਿਸ਼ਚਿਤ ਹੁੰਦੀ ਸੀ। ਸਵਾਰ ਅਨੁਸਾਰ ਮਨਸਬਦਾਰ ਦੇ ਘੋੜਸਵਾਰਾਂ ਦੀ ਗਿਣਤੀ ਅਤੇ ਉਹਨਾਂ ਦੀ ਤਨਖਾਹ ਨਿਸ਼ਚਿਤ ਹੁੰਦੀ ਸੀ। ਜਾਤ ਮਨਸਬ ਨੂੰ ਵਧੇਰੇ ਮਹੱਤਵਪੂਰਨ ਮੰਨਿਆ ਜਾਂਦਾ ਸੀ। ਮਨਸਬਦਾਰਾਂ ਦੇ ਕਰਤੱਵ, ਮਨਸਬਦਾਰਾਂ ਨੂੰ ਦੂਸਰੇ ਦੇਸ਼ਾਂ ਦੇ ਹਮਲੇ ਅਤੇ ਵਿਦਰੋਹਾਂ ਨੂੰ ਕੁਚਲਣ ਆਦਿ ਲਈ ਭੇਜਿਆ ਜਾਂਦਾ ਸੀ। ਮਨਸਬਦਾਰਾਂ ਦੇ ਦਰਜੇ, ਮਨਸਬਦਾਰਾਂ ਦੇ 3 ਦਰਜੇ ਸਨ। ਜਾਤ ਅਤੇ ਸਵਾਰ ਮਨਸਬ ਬਰਾਬਰ, ਜਿਵੇਂ
5000 ਸਵਾਰ ਮਨਸਬ ਜਾਤ ਮਨਸਬ ਦੇ ਅੱਧ ਤੋਂ ਜ਼ਿਆਦਾ, ਜਿਵੇਂ 5000 3000 ਸਵਾਰ ਮਨਸਬ ਜਾਤ ਮਨਸਬ ਦੇ ਅੱਧ ਨਾਲੋਂ ਘੱਟ 5000 2000। ਜੰਗੀਰਦਾਰੀ ਪ੍ਰਥਾ ਮੁਗਲ ਮਨਸਬਦਾਰਾਂ ਨੂੰ ਨਗਦ ਤਨਖਾਹ ਬਦਲੇ ਕਿਸੇ ਨਿਸ਼ਚਿਤ ਜ਼ਮੀਨ 'ਤੇ ਭੂਮੀ ਲਗਾਨ ਲੈਣ ਦਾ ਅਧਿਕਾਰ ਦਿੱਤਾ ਜਾਂਦਾ ਸੀ। ਉਹ ਉਸ ਜ਼ਮੀਨ ਨੂੰ ਮਨਸਬਦਾਰ ਦੀ ਜੰਗੀਰ ਕਿਹਾ ਜਾਂਦਾ ਸੀ। ਜੰਗੀਰਾਂ ਦੀਆਂ ਕਿਸਮਾਂ: ਤਨਖਾਹ ਜੰਗੀਰ ਇਨਾਮ ਜੰਗੀਰ, ਮਸ਼ਰੂਤ ਜੰਗੀਰ, ਵਤਨ ਜੰਗੀਰ। ਜੰਗੀਰਾਂ ਦੀ ਤਬਦੀਲੀ: ਵਤਨ ਜੰਗੀਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਜੰਗੀਰਾਂ ਦੀ ਤਬਦੀਲੀ ਕੀਤੀ ਜਾਂਦੀ ਸੀ। ਜੰਗੀਰਦਾਰਾਂ ਦੇ ਅਧਿਕਾਰ: ਮੁਗਲ ਬਾਦਸ਼ਾਹ ਦੁਆਰਾ ਨਿਰਧਾਰਤ ਕੀਤਾ ਭੂਮੀ ਕਰ ਹੀ ਜੰਗੀਰ ਵਿੱਚੋਂ ਲਗਾਨ ਦੇ ਰੂਪ ਵਿੱਚ ਇਕੱਠਾ ਕੀਤਾ ਜਾ ਸਕਦਾ ਸੀ। ਜੰਗੀਰਦਾਰੀ ਦਾ ਸੰਕਟ: ਔਰੰਗਜ਼ੇਬ ਦੇ ਸਮੇਂ ਸਾਮਰਾਜ ਦੀ ਲਗਭਗ 80% ਭੂਮੀ ਜੰਗੀਰਦਾਰਾਂ ਦੇ ਰੂਪ ਵਿੱਚ ਵੰਡੀ ਜਾ ਚੁੱਕੀ ਸੀ। ਹੁਣ ਹੋਰ ਨਵੇਂ ਭਰਤੀ ਹੋਏ ਮਨਸਬਦਾਰਾਂ ਨੂੰ ਜੰਗੀਰਾਂ ਨਾ ਦਿੱਤੀਆਂ ਜਾ ਸਕੀਆਂ। ਮੁਗਲ ਭਵਨ ਨਿਰਮਾਣ ਕਲਾ: ਅਕਬਰ ਦੁਆਰਾ ਫਤਿਹਪੁਰ ਸਿਕਰੀ ਵਿਖੇ ਬੁਲੰਦ ਦਰਵਾਜ਼ਾ ਦੇਖ ਸਕਦੇ ਨੇ। ਅਕਬਰ ਦੁਆਰਾ ਦਿੱਲੀ ਵਿੱਚ ਹੁਮਾਯੂੰ ਦਾ ਮਕਬਰਾ। ਜਹਾਂਗੀਰ ਦੁਆਰਾ ਸਿਕੰਦਰਾ ਵਿਖੇ ਅਕਬਰ ਦਾ ਮਕਬਰਾ। ਸ਼ਾਹਜਹਾਂ ਦੁਆਰਾ ਆਗਰੇ ਵਿਖੇ ਤਾਜ ਮਹਿਲ। ਸ਼ਾਹਜਹਾਂ ਦੁਆਰਾ ਦਿੱਲੀ ਵਿਖੇ ਲਾਲ ਕਿਲ੍ਹਾ। ਔਰੰਗਜ਼ੇਬ ਦੁਆਰਾ ਲਾਹੌਰ ਵਿਖੇ ਬਾਦਸ਼ਾਹੀ ਮਸਜਿਦ। ਮੁਗਲ ਚਿੱਤਰਕਾਰੀ: ਹੁਮਾਯੂੰ, ਬਾਬਰ ਅਤੇ ਹੁਮਾਯੂੰ। ਸਈਦ ਅਲੀ, ਅਬਦੁਲ ਸ਼ਮਦ ਪ੍ਰਸਿੱਧ ਚਿੱਤਰਕਾਰ ਸਨ। ਅਕਬਰ, ਦਸਵੰਤ, ਬਸਾਵਨ ਪ੍ਰਸਿੱਧ ਚਿੱਤਰਕਾਰ। ਈਰਾਨੀ ਅਤੇ ਭਾਰਤੀ ਸ਼ੈਲੀਆਂ ਦਾ ਸੁਮੇਲ ਹੋਏ। ਜਹਾਂਗੀਰ: ਸੂਖਮ ਚਿੱਤਰਕਾਰੀ ਦਾ ਵਿਕਾਸ ਹੋਇਆ। ਮਨਸੂਰ, ਅਬਦੁਲ ਹਸਨ, ਮਨੋਹਰ, ਤੁਲਸੀ ਆਦਿ ਪ੍ਰਸਿੱਧ ਚਿੱਤਰਕਾਰ। ਮੁਗਲ ਸਾਹਿਤ: ਹੁਮਾਯੂੰ ਅਤੇ ਬਾਬਰ। ਗੁਲਬਦਨ ਬੇਗਮ ਦਾ ਹੁਮਾਯੂੰਨਾਮਾ। ਅਕਬਰ, ਅਬਦੁਲ ਫਜ਼ਲ ਦੁਆਰਾ ਐਨੇ ਅਕਬਰੀ ਅਤੇ ਅਕਬਰਨਾਮਾ। ਤੁਲਸੀਦਾਸ ਦੁਆਰਾ ਰਾਮਚਰਿਤਮਾਨਸ। ਸੂਰਦਾਸ ਦੁਆਰਾ ਸੂਰਸਾਗਰ। ਜਹਾਂਗੀਰ ਦੁਆਰਾ ਤੁਝਕੇ ਜਹਾਂਗੀਰੀ। ਸ਼ਾਹਜਹਾਂ ਮੁਹੰਮਦ ਸਦੀਕ ਦਾ ਸ਼ਾਹਜਹਾਂਨਾਮਾ। ਔਰੰਗਜ਼ੇਬ ਖੁਫੀ ਖਾਂ ਦੁਆਰਾ ਮੁਤਖਿਬ-ਉਲ-ਲੁਬਾਬ। ਆਹ ਨੇ ਖਾਲੀ ਥਾਵਾਂ, ਇਹ ਤੁਸੀਂ ਵੀਡੀਓ ਨੂੰ ਦੇਖ ਕੇ ਭਰ ਲੈਣੀਆਂ ਨੇਗੀਆਂ। ਮੁਗਲ ਬਾਦਸ਼ਾਹ ਕੇਂਦਰੀ ਪ੍ਰਸ਼ਾਸਨ ਦਾ ਡੈਸ਼ ਸੀ। ਇੱਥੇ ਖਾਲੀ ਥਾਵਾਂ ਰਾਹੀਂ ਤੁਸੀਂ ਆਪ ਕਾਪੀ ਉੱਤੇ ਨੋਟ ਕਰ ਲੈਣੀ, ਭਰਨੀਆਂ, ਠੀਕ ਹੈ। ਇਹਨੂੰ ਸੁਣ ਕੇ, ਵੀਡੀਓ ਨੂੰ ਦੇਖ ਕੇ। ਮੁਗਲਾਂ ਦੇ ਕੇਂਦਰੀ ਪ੍ਰਬੰਧ ਵਿੱਚ ਧਾਰਮਿਕ ਮਾਮਲਿਆਂ ਦਾ ਮੁਖੀ ਡੈਸ਼ ਸੀ। ਅਕਬਰ ਸਮੇਂ ਮੁਗਲਾਂ ਦੇ ਡੈਸ਼ ਪ੍ਰਾਂਤ ਸਨ। ਮੁਗਲ ਪ੍ਰਾਂਤਾਂ ਵਿੱਚ
ਆਮਦਨ ਅਤੇ ਖਰਚ ਦਾ ਹਿਸਾਬ ਡੈਸ ਰੱਖਦਾ ਸੀ। ਮੁਗਲ ਬਾਦਸ਼ਾਹ ਡੈਸ ਨੇ ਜ਼ਬਤੀ ਪ੍ਰਬੰਧ ਸ਼ੁਰੂ ਕੀਤਾ। ਸਭ ਤੋਂ ਉਪਜਾਊ ਭੂਮੀ ਨੂੰ ਡੈਸ ਕਿਹਾ ਜਾਂਦਾ ਸੀ। ਮਨਸਬਦਾਰਾਂ ਵਿੱਚ ਅਹੁਦਾ ਜਾਤ ਅਹੁਦਾ ਸਵਾਰ ਅਹੁਦੇ ਤੋਂ ਮਹੱਤਵਪੂਰਨ ਸੀ। ਠੀਕ ਹੈ, ਇਹ ਦੱਸਣਾ ਹਾਂ ਜਾਂ ਨਾ, ਇਹ ਤੁਸੀਂ ਕਾਪੀ 'ਤੇ ਨੋਟ ਕਰਨਾ ਆਪਣਾ। ਜਹਾਂਗੀਰ ਦੁਆਰਾ ਸੰਕਟ ਡੈਸ ਮੁਗਲ ਬਾਦਸ਼ਾਹ ਦੇ ਸਮੇਂ ਸ਼ੁਰੂ ਹੋਇਆ। ਤਾਜ ਮਹਿਲ ਦਾ ਨਿਰਮਾਣ ਮੁਗਲ ਮੁਗਲ ਬਾਦਸ਼ਾਹ ਨੇ ਕਰਵਾਇਆ। ਅਕਬਰਨਾਮਾ ਕਿਤਾਬ ਦੀ ਰਚਨਾ ਬੀਰਬਲ ਦੁਆਰਾ ਕੀਤੀ ਗਈ, ਹਾਂ ਜਾਂ ਨਾ। ਠੀਕ ਹੈ, ਇਹ ਸੀ ਮਹੱਤਵਪੂਰਨ ਵੀਡੀਓ। ਇਹਨੂੰ ਤੁਸੀਂ ਧਿਆਨ ਨਾਲ ਸੁਣ ਲੈਣਾ ਅਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ, ਸ਼ੇਅਰ ਕਰਿਓ, ਲਾਈਕ ਕਰਿਓ। ਧੰਨਵਾਦ ਜੀ।